ਜਦੋਂ ਵੀ ਕਿਸੇ ਤਾਰ ਦੇ ਅਕਰੋਸ ਭਾਵ ਕਿਸੇ ਕੰਡਕਟਰ ਦੇ ਦੋਨੇ ਸਿਰਿਆਂ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਲਗਾਇਆ ਜਾਂਦਾ ਤਾਂ ਆਪਾਂ ਕਹਿੰਦੇ ਆ ਵੀ ਉਹਦੇ ਵਿੱਚ ਕਰੰਟ ਚੱਲਣ ਲੱਗ ਗਿਆ। ਕਰੰਟ ਚੱਲਣ ਦਾ ਮਤਲਬ ਇਹ ਆ ਵੀ ਉਹਦੇ ਵਿੱਚ ਜਿਹੜੇ ਇਲੈਕਟ੍ਰੋਨ ਨੇ ਮੈਟਲ ਦੇ ਉਹ ਬੈਟਰੀ ਦੇ ਜਾਂ ਪੋਟੈਂਸ਼ੀਅਲ ਡਿਫਰੈਂਸ ਵਾਲੇ ਸੋਰਸ ਦੇ ਪੋਜ਼ਿਟਿਵ ਟਰਮੀਨਲ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦੇ ਆ। ਪਰ ਇਲੈਕਟ੍ਰੋਨ ਦਾ ਪੋਜ਼ਿਟਿਵ ਟਰਮੀਨਲ ਆਫ ਬੈਟਰੀ ਤੱਕ ਜਾਣ ਦਾ ਸਫ਼ਰ ਸੌਖਾ ਨਹੀਂ ਹੁੰਦਾ। ਇਲੈਕਟ੍ਰੋਨ ਨੂੰ ਬੜੇ ਟਕਰਾਵਾਂ ਦਾ ਸਾਹਮਣਾ ਕਰਨਾ ਪੈਂਦਾ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਵਾਲੇ ਪਾਸੇ ਜਾਣ ਲਈ, ਜਾਂ ਕਹਿ ਦਈਏ ਵੱਧਦੇ ਹੋਏ ਪੋਟੈਂਸ਼ੀਅਲ ਵਾਲੇ ਪਾਸੇ ਨੂੰ ਜਾਣ ਲਈ। ਇਲੈਕਟ੍ਰੋਨ ਹਮੇਸ਼ਾ ਜਿੱਧਰ ਨੂੰ ਪੋਟੈਂਸ਼ੀਅਲ ਵੱਧ ਹੋਵੇ ਉੱਧਰ ਨੂੰ ਜਾਂਦਾ। ਸੋ ਇਸ ਲੈਕਚਰ ਦੇ ਵਿੱਚ ਆਪਾਂ ਇਹ ਦੇਖਾਂਗੇ ਵੀ ਇਲੈਕਟ੍ਰੋਨ ਜਦੋਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਵਾਲੇ ਪਾਸੇ ਨੂੰ ਜਾਂਦਾ ਹੈ ਤਾਂ ਉਹਦੀ ਸਫ਼ਰ ਆ ਜੋ ਉਹ ਕਿਸ ਤਰੀਕੇ ਨਾਲ ਹੁੰਦਾ, ਕਿੰਨੀਆਂ ਉਹਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿਹੜੀਆਂ ਟਰਮੀਨੋਲੋਜੀ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਬੜੀ ਸੌਖੀ ਭਾਸ਼ਾ ਦੇ ਵਿੱਚ ਸਮਝਾਂਗੇ। ਡ੍ਰਿਫਟ ਵੈਲੋਸਿਟੀ ਕੀ ਹੁੰਦੀ ਆ, ਰਿਲੈਕਸੇਸ਼ਨ ਟਾਈਮ ਕੀ ਹੁੰਦਾ, ਕਿਵੇਂ ਅਸੀਂ ਡ੍ਰਿਫਟ ਵੈਲੋਸਿਟੀ ਨੂੰ ਡਿਫਾਈਨ ਕਰ ਸਕਦੇ ਹਾਂ ਇਨ ਦੀ ਫਾਰਮ ਆਫ ਕਰੰਟ ਐਂਡ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ। ਇਹ ਵੀ ਦੇਖਾਂਗੇ ਵੀ ਰੈਜ਼ਿਸਟਿਵਿਟੀ ਤੇ ਕੰਡਕਟਿਵਿਟੀ ਕਿਸ ਤਰੀਕੇ ਨਾਲ ਤੁਸੀਂ ਓਮਸ ਲਾ ਨੂੰ ਡਰਾਈਵ ਕਰ ਸਕਦੇ ਹੋ ਯੂਜ਼ਿੰਗ ਡ੍ਰਿਫਟ ਵੈਲੋਸਿਟੀ। ਸੋ ਆਓ ਦੇਖੀਏ, ਜਦੋਂ ਕਿਸੇ ਤਾਰ ਦੇ ਅਕਰੋਸ ਕੋਈ ਵੀ ਪੋਟੈਂਸ਼ੀਅਲ ਡਿਫਰੈਂਸ ਨਾ ਲਗਾਇਆ ਹੋਵੇ ਤਾਂ ਉਦੋਂ ਕੀ ਸਿਚੁਏਸ਼ਨ ਹੋਏਗੀ। ਸਭ ਤੋਂ ਪਹਿਲਾਂ ਇਹ ਦੇਖੀਏ, ਸਪੋਜ਼ ਕਰ ਲਓ ਮੇਰੇ ਕੋਲ ਇੱਕ ਤਾਰ ਦਾ ਟੁਕੜਾ ਜਿਹਨੂੰ ਮੈਂ ਵੱਡਾ ਕਰਕੇ ਬਣਾ ਲਿਆ। ਤੁਸੀਂ ਇਹਨੂੰ ਇੱਕ ਕੰਡਕਟਰ ਵੀ ਕਹੋਗੇ ਕਿਤਾਬੀ ਭਾਸ਼ਾ ਦੇ ਵਿੱਚ। ਕੰਸੀਡਰ ਏ ਕੰਡਕਟਰ। ਐਕਚੁਅਲੀ ਇਹ ਤਾਰ ਹੀ ਆ, ਮੈਂ ਵੱਡੀ ਕਰਕੇ ਬਣਾ ਲਈ ਤਾਂ ਕਿ ਆਪਾਂ ਨੂੰ ਇਹਦੇ ਵਿੱਚ ਕੀ ਜੋ ਕੁਝ ਸਮਝਣਾ ਹੈ, ਕਿਵੇਂ ਇਲੈਕਟ੍ਰੋਨ ਜਾਂਦਾ, ਆਪਾਂ ਨੂੰ ਪਤਾ ਲੱਗ ਜੇ ਆਸਾਨੀ ਨਾਲ। ਹੁਣ ਇਹਦੇ ਉੱਤੇ ਕੋਈ ਵੀ ਪੋਟੈਂਸ਼ੀਅਲ ਡਿਫਰੈਂਸ ਨਹੀਂ ਲਗਾਇਆ, ਕੋਈ ਬੈਟਰੀ ਨਹੀਂ ਲਗਾਈ। ਕੀ ਹੋ ਰਿਹਾ ਹੋਏਗਾ ਇਹਦੇ ਵਿੱਚ? ਫ੍ਰੀ ਇਲੈਕਟ੍ਰੋਨਸ ਆ ਜਿਹੜੇ ਉਹ ਫ੍ਰੀਲੀ ਘੁੰਮ ਰਹੇ ਨੇ। ਕੋਈ ਇੱਧਰ ਨੂੰ ਜਾ ਰਿਹਾ, 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 ਕੋਈ ਇੱਧਰ ਨੂੰ ਜਾ ਰਿਹਾ। ਮਤਲਬ ਇਹਨੂੰ ਅਸੀਂ ਕਹਿ ਦਿੰਦੇ ਆ ਆਲ ਦੀ ਇਲੈਕਟ੍ਰੋਨਸ ਆਰ ਇਨ ਰੈਂਡਮ ਮੋਸ਼ਨ ਥਰੂ ਆਊਟ ਦੀ ਵਾਇਰ। ਕੋਈ ਕਿੱਧਰ ਨੂੰ, ਕੋਈ ਕਿੱਧਰ ਨੂੰ, ਪਰ ਉਹਨਾਂ ਦੀ ਜਿਹੜੀ ਨੈਟ ਵੈਲੋਸਿਟੀ ਹੋਗੀ, ਕਿਉਂਕਿ ਸਾਰੀਆਂ ਵੈਲੋਸਿਟੀ ਜੇ ਤੁਸੀਂ ਐਡ ਕਰੋਗੇ ਤਾਂ ਇਟ ਵਿਲ ਗਿਵ ਯੂ 0। ਤਾਂ ਸਪੋਜ਼ ਕਰ ਲਈਏ ਵੀ ਜਿੰਨੀ ਦੇਰ ਇਲੈਕਟ੍ਰੋਨ ਕਿਸੇ ਪੋਟੈਂਸ਼ੀਅਲ ਡਿਫਰੈਂਸ ਦੇ ਅੰਡਰ ਨਹੀਂ ਹੈ, ਇਟਸ ਵੈਲੋਸਿਟੀ ਇਜ਼ 0। ਇਹਨੂੰ ਅਸੀਂ ਬੁਕਿਸ਼ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹਾਂ। ਜੇਕਰ ਸਾਡੇ ਕੋਲ ਇੱਥੇ ਨੰਬਰ ਆਫ ਇਲੈਕਟ੍ਰੋਨਸ ਹੋਣ 1 ਤੋਂ ਲੈ ਕੇ n ਤੱਕ ਤਾਂ ਕੀ ਲਿਖ ਸਕਦੇ ਹਾਂ? ਪਹਿਲੇ ਇਲੈਕਟ੍ਰੋਨ ਦੀ ਵੈਲੋਸਿਟੀ ਨੂੰ ਮੈਂ u1 ਕਹਿ ਦਿੰਦਾ, ਦੂਸਰੇ ਦੀ ਵੈਲੋਸਿਟੀ ਨੂੰ u2 ਕਹਿ ਦਿੰਦਾ, ਤੀਸਰੇ ਦੀ ਵੈਲੋਸਿਟੀ ਨੂੰ u3 ਕਹਿ ਦਿੰਦਾ। ਇਸੇ ਤਰੀਕੇ ਨਾਲ ਚੱਲਦੇ ਹੋਏ ਸਾਰਿਆਂ ਦੀ ਵੈਲੋਸਿਟੀ, ਵਿਚਾਲੇ ਕੋਈ ਪਾਰਟੀਕਲ ਆ ਗਿਆ ਉਹਨੂੰ ui ਕਹਿਤੀ ਉਹਦੀ ਵੈਲੋਸਿਟੀ, ਤੇ ਅਖੀਰਲੇ ਦੀ un ਕਹਿਤੀ। ਸਾਰਿਆਂ ਦੀਆਂ ਵੈਲੋਸਿਟੀਜ਼ ਨੇ ਤੇ ਕੋਈ ਕਿੱਧਰ ਨੂੰ ਕੋਈ ਕਿੱਧਰ ਨੂੰ। ਇਹਦਾ ਮਤਲਬ ਐਵਰੇਜ ਵੈਲੋਸਿਟੀ ਕੱਢ ਲਈਏ ਸਾਰਿਆਂ ਦੀ ਤਾਂ ਉਹ ਕਿੰਨੀ ਆਏਗੀ? ਐਵਰੇਜ ਵੈਲੋਸਿਟੀ ਸਾਰਿਆਂ ਦੀ ਕੱਢ ਲਈਏ ਤਾਂ ਸਾਰਿਆਂ ਨੂੰ ਜੋੜ ਦਈਏ, ਜੋੜ ਕੇ ਬਟੇ ਜਿੰਨੇ ਇਲੈਕਟ੍ਰੋਨ ਆ ਉਨਾ ਕਰ ਦਈਏ ਤਾਂ ਇਹ ਬਰਾਬਰ ਕਿੱਦਾਂ ਆਉਣਾ ਚਾਹੀਦਾ? 0। ਤਾਂ ਅਸੀਂ ਇਹਨੂੰ ਕਹਿ ਦਿੰਦੇ ਆ ਐਵਰੇਜ ਵੈਲੋਸਿਟੀ ਜਾਂ ਸਮੇਸ਼ਨ 1/n i ਚੇਂਜਿੰਗ ਫਰੋਮ 1 to n ਇਜ਼ 0। ਹੁਣ ਅਸੀਂ ਅਪਲਾਈ ਕਰਤਾ ਜੀ ਇਲੈਕਟ੍ਰਿਕ ਫੀਲਡ। ਜਦੋਂ ਹੀ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਤਾਂ ਕੀ ਹੋਏਗਾ? ਜੇਕਰ ਇਲੈਕਟ੍ਰਿਕ ਫੀਲਡ ਅਪਲਾਈ ਕਰਤਾ, ਸਪੋਜ਼ ਕਰ ਲਈਏ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਇੱਧਰਲੇ ਪਾਸੇ ਨੂੰ ਆ, ਭਾਵ ਇੱਧਰਲੇ ਪਾਸੇ ਕਿਤੇ ਦੂਰ ਪੋਜ਼ਿਟਿਵ ਪਲੇਟ ਹੋਏਗੀ ਜਿੱਧਰੋਂ ਇਲੈਕਟ੍ਰਿਕ ਫੀਲਡ ਆ ਰਿਹਾ, ਤੇ ਇੱਧਰਲੇ ਪਾਸੇ ਨੂੰ ਕਿਤੇ ਕੋਈ ਦੂਰ ਨੈਗੇਟਿਵ ਪਲੇਟ ਹੋਏਗੀ ਚਾਰਜਡ, ਜਿਹਦੇ ਵੱਲ ਨੂੰ ਇਲੈਕਟ੍ਰਿਕ ਫੀਲਡ ਜਾ ਰਿਹਾ। ਤੇ ਇਲੈਕਟ੍ਰੋਨ ਕੀ ਕਰਨਗੇ? ਇਲੈਕਟ੍ਰੋਨਸ ਦੀ ਕੋਸ਼ਿਸ਼ ਇੱਕਦਮ ਹੋਏਗੀ ਟੂਵਰਡਸ ਪੋਜ਼ਿਟਿਵ ਪਲੇਟ, ਮਤਲਬ ਜਿੱਧਰੋਂ ਇਲੈਕਟ੍ਰਿਕ ਫੀਲਡ ਆ ਰਿਹਾ, ਜਿੱਧਰਲੇ ਪਾਸੇ ਪੋਟੈਂਸ਼ੀਅਲ ਜ਼ਿਆਦਾ ਹੈ ਉੱਧਰਲੇ ਪਾਸੇ ਨੂੰ ਮੂਵ ਕਰਨ ਦੀ। ਹੁਣ ਆ ਸਾਰੀ ਤਾਰ ਆ ਜਿਹੜੀ ਇਹ ਇਲੈਕਟ੍ਰੋਨਸ ਨਾਲ ਭਰੀ ਪਈ ਆ, ਕੋਈ ਵੀ ਜਗ੍ਹਾ ਖਾਲੀ ਨਹੀਂ, ਕਿਉਂਕਿ ਮੈਟਲਸ ਦੇ ਵਿੱਚ ਐਟਮਸ ਬੜੇ ਟਾਈਟਲੀ ਪੈਕਡ ਹੁੰਦੇ ਨੇ। ਕਾਪਰ ਦੀ ਵੀ ਗੱਲ ਕਰ ਲਈਏ, ਜੇਕਰ ਇਹ ਤਾਰ ਤਾਂਬੇ ਦੀ ਬਣੀ ਹੋਵੇ ਤਾਂ ਹਰੇਕ ਐਟਮ ਦੇ ਪਿੱਛੇ ਇੱਕ ਇਲੈਕਟ੍ਰੋਨ ਫ੍ਰੀ ਆ,
ਤੇ ਇੱਕ ਇਲੈਕਟ੍ਰੋਨ ਫ੍ਰੀ ਆ ਤਾਂ ਜਿੰਨੇ ਐਟਮ ਇਹ 'ਚ ਹੋਣਗੇ ਕਾਪਰ ਦੇ ਉਨੇ ਹੀ ਇਲੈਕਟ੍ਰੋਨ ਮੰਨੇ ਜਾ ਸਕਦੇ ਆ ਵੀ ਫ੍ਰੀ ਹੈਗੇ ਆ, ਤੇ ਉਹ ਸਾਰੇ ਭਰੇ ਪਏ ਆ ਤੇ ਇੱਕਦਮ ਸਾਰਿਆਂ ਨੂੰ ਰਸ਼ ਹੋ ਜਾਏਗਾ ਟੂ ਮੂਵ ਟੁਵਰਡਸ ਦੀ ਪੋਜ਼ਿਟਿਵ ਪਲੇਟ ਆਫ ਦੀ ਚਾਰਜ। ਕੀ ਹੋਏਗਾ, ਜਿਉਂ ਹੀ ਇਹ ਮੂਵ ਕਰਨ ਲੱਗਣਗੇ ਇੱਕ ਦੂਸਰੇ ਦੇ ਵਿੱਚ ਟਕਰਾਉਣਾ ਸ਼ੁਰੂ ਕਰ ਦੇਣਗੇ ਤੇ ਨਾਲ ਦੀ ਨਾਲ ਕਾਪਰ ਦੇ ਐਟਮ ਦਾ ਨਿਊਕਲੀਅਸ ਆ ਜਿਹੜਾ, ਜਿਹਦਾ ਸਾਈਜ਼ ਕਾਫੀ ਵੱਡਾ ਹੋਏਗਾ ਐਜ਼ ਕੰਪੇਅਰ ਟੂ ਇਲੈਕਟ੍ਰੋਨ, ਕਿਉਂਕਿ ਉਹਦੇ ਵਿੱਚ ਤਾਂ ਪ੍ਰੋਟੋਨ ਤੇ ਨਿਊਟਰੋਨ ਨੇ। 63.5 ਇਹਦਾ ਐਟੋਮਿਕ ਮਾਸ ਆ ਕਾਪਰ ਦਾ ਸਾਡੇ ਕੋਲੇ, ਤਾਂ ਮਤਲਬ ਪੋਜ਼ਿਟਿਵ ਚਾਰਜ ਕਾਫੀ ਵੱਡੇ ਹੋਣਗੇ ਐਜ਼ ਕੰਪੇਅਰ ਟੂ ਇਲੈਕਟ੍ਰੋਨਸ। ਸੋ ਕੋਲੀਜਨਸ ਬੜੇ ਹੋਣਗੇ। ਕੀ ਹੋਏਗਾ, ਸਪੋਜ਼ ਕਰੀਏ ith ਇਲੈਕਟ੍ਰੋਨ ਜਿਹਨੂੰ ਅਸੀਂ ਇੱਥੇ ਵੈਲੋਸਿਟੀ u ਮੰਨੀ ਆ, ਸਪੋਜ਼ ਕਰੀਏ ਉਹ ਆਹ ਵਾਲਾ ith ਇਲੈਕਟ੍ਰੋਨ ਇੱਧਰ ਨੂੰ ਜਾਣ ਲੱਗਿਆ, ਇੱਥੇ ਸਾਹਮਣੇ ਇੱਕ ਪੋਜ਼ਿਟਿਵ ਚਾਰਜ ਆ ਗਿਆ, ਉਹ 'ਚ ਟਕਰਾ ਗਿਆ, ਟਕਰਾ ਕੇ ਕੀ ਹੋਊਗਾ, ਰੀਬਾਊਂਡ ਕੋਲੀਜਨ ਹੋ ਗਿਆ, ਪਿੱਛੇ ਨੂੰ ਆ ਜਾਊਗਾ। ਫੇਰ ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਉਹਨੂੰ ਉੱਧਰ ਨੂੰ ਖਿੱਚ ਰਿਹਾ, ਦੁਬਾਰੇ ਫੇਰ ਮੂਵ ਕਰਨ ਦੀ ਕੋਸ਼ਿਸ਼ ਕਰੂਗਾ, ਫੇਰ ਟਕਰਾਊਗਾ ਕਿਸੇ ਹੋਰ ਇਲੈਕਟ੍ਰੋਨ ਨਾਲ ਜਾਂ ਪੋਜ਼ਿਟਿਵ ਚਾਰਜ ਨਾਲ, ਫੇਰ ਪਿੱਛੇ ਮੁੜਿਆ। ਇਸ ਤਰ੍ਹਾਂ ਕੀ ਹੋਏਗਾ, ਐਵਰੀ ਟਾਈਮ ਜਦੋਂ ਹੀ ਇਲੈਕਟ੍ਰੋਨ ਮੂਵ ਕਰਨਾ ਸਟਾਰਟ ਕਰੇਗਾ, ਫੋਰਸ ਲੱਗੀ ਹੋਈ ਆ ਉਹਦੇ ਉੱਤੇ ਬਿਕੋਜ਼ ਆਫ ਇਲੈਕਟ੍ਰਿਕ ਫੀਲਡ, ਉਹ ਕੋਲੀਜਨਸ ਵੱਧਦੇ ਜਾਂਦੇ ਆ। ਪਰ ਹਰੇਕ ਵੇਰੀ ਕੋਲੀਜਨ ਜਿੱਥੇ ਹੁੰਦਾ, ਜਿੱਥੇ ਕੋਲੀਜਨ ਹੋ ਰਿਹਾ ਉਹ ਟਾਈਮ ਨਿਸ਼ਚਿਤ ਨਹੀਂ ਹੈ। ਹੋ ਸਕਦਾ ਪਹਿਲੇ ਕੋਲੀਜਨ ਤੋਂ ਦੂਸਰੇ ਕੋਲੀਜਨ ਦਾ ਟਾਈਮ ਘੱਟ ਹੋਵੇ ਜਾਂ ਜ਼ਿਆਦਾ ਹੋਵੇ। ਇਹਦਾ ਮਤਲਬ ਇਹ ਜ਼ਰੂਰੀ ਨਹੀਂ ਬਈ ਇਲੈਕਟ੍ਰੋਨ ਕਿੰਨੇ ਸਮੇਂ ਲਈ ਐਕਸਲਰੇਟ ਹੁੰਦਾ ਹੈ ਟੁਵਰਡਸ ਹਾਇਰ ਪੋਟੈਂਸ਼ੀਅਲ। ਸੋ ਹੁਣ ਐਕਸਲਰੇਸ਼ਨ ਦੀ ਗੱਲ ਜਦੋਂ ਆਈ ਗਈ ਆ ਤਾਂ ਆਪਾਂ ਐਕਸਲਰੇਸ਼ਨ ਵੀ ਕੱਢ ਲਈਏ। ਐਕਸਲਰੇਸ਼ਨ ਕਿੰਨੀ ਹੋਏਗੀ, ਇਲੈਕਟ੍ਰਿਕ ਫੀਲਡ ਲੱਗ ਗਿਆ ਇੱਧਰੋਂ ਇੱਧਰ ਨੂੰ, ਇਹਦਾ ਮਤਲਬ ਫੋਰਸ ਕਿੰਨੀ ਲੱਗ ਗਈ ਅਕੋਰਡਿੰਗ ਟੂ ਕੂਲਮਜ਼ ਲਾ। QE ਫਾਰਮੂਲਾ ਹੁੰਦਾ ਤੇ ਚਾਰਜ ਸਾਡੇ ਕੋਲੇ ਹੈਗਾ ਹੁਣ -E ਤੇ ਇਲੈਕਟ੍ਰਿਕ ਫੀਲਡ E ਆ, ਇਹਦਾ ਮਤਲਬ ਫੋਰਸ ਸਾਡੇ ਕੋਲੇ ਇਲੈਕਟ੍ਰੋਨ ਤੇ ਲੱਗ ਗਈ -E/E ਤੇ ਫੋਰਸ ਲੱਗੀ ਕਿਉਂਕਿ ਇਲੈਕਟ੍ਰੋਨ ਦਾ ਮਾਸ ਵੀ ਆ, ਉਹਦੇ ਤੇ ਐਕਸਲਰੇਸ਼ਨ ਲੱਗ ਰਹੀ ਆ ਤੇ ਨਿਊਟਨਸ ਸੈਕੰਡ ਲਾ ਆਫ ਮੋਸ਼ਨ ਸਾਡਾ ਇੱਥੇ ਕੰਮ ਆ ਜਾਣਾ, ਕਿਉਂਕਿ ਫੋਰਸ ਹੁੰਦੀ ਆ ਮਾਸ ਇਨਟੂ ਐਕਸਲਰੇਸ਼ਨ। ਇੱਥੋਂ ਅਸੀਂ ਕੱਢ ਲਾਂਗੇ ਜੀ ਇਲੈਕਟ੍ਰੋਨ ਦੇ ਉੱਤੇ ਕਿੰਨੀ ਐਕਸਲਰੇਸ਼ਨ ਲੱਗੀ ਆ, -EE/m। ਸੋ ਆਹ ਮੇਰੀ ਆ ਗਈ ਇਲੈਕਟ੍ਰੋਨ ਦੀ ਐਕਸਲਰੇਸ਼ਨ। ਇਹਨੂੰ ਮੈਂ ਇਕੁਏਸ਼ਨ ਨੰਬਰ 1 ਰੱਖ ਲੈਣਾ ਜਾਂ 2 ਰੱਖ ਲੈਣਾ, ਫਸਟ ਇਹਨੂੰ ਰੱਖ ਲਈਏ। ਸੋ ਦਿਸ ਇਜ਼ ਮਾਈ ਇਲੈਕਟ੍ਰੋਨਸ ਐਕਸਲਰੇਸ਼ਨ ਟੁਵਰਡਸ ਦੀ ਪੋਜ਼ਿਟਿਵ ਚਾਰਜਡ ਪਲੇਟ। ਹੁਣ ਆਪਾਂ ਇਹ ਦੇਖਿਆ ਬਈ ਇਲੈਕਟ੍ਰੋਨ ਦੀ ਇਨੀਸ਼ੀਅਲ ਵੈਲੋਸਿਟੀ ਬਿਫੋਰ ਅਪਲਾਈਂਗ ਇਲੈਕਟ੍ਰਿਕ ਫੀਲਡ ਉਹ 0 ਸੀਗੀ, ਜਿਹੜੀ ਆਪਾਂ ਇੱਥੇ ਫਾਈਂਡ ਕੀਤੀ ਆ। ਇਹਨੂੰ ਅਸੀਂ ਸਮਟਾਈਮਸ ਬੁਕਿਸ਼ ਲੈਂਗੁਏਜ ਦੇ ਵਿੱਚ ਥਰਮਲ ਵੈਲੋਸਿਟੀ ਵੀ ਕਹਿ ਦਿੰਦੇ ਆ, ਥਰਮਲ ਵੈਲੋਸਿਟੀ ਆਫ ਇਲੈਕਟ੍ਰੋਨਸ। ਸੋ ਯਾਦ ਰੱਖ ਲਿਓ, ਇਹਨੂੰ ਥਰਮਲ ਵੈਲੋਸਿਟੀ ਕਿਹਾ ਜਾਂਦਾ, ਜਿਹੜੀ ਪਹਿਲਾਂ ਸੀ ਜਿਹੜੀ ਸਮ ਜਿਹਦਾ 0 ਸੀਗਾ। ਹੁਣ ਸਾਨੂੰ ਐਕਸਲਰੇਸ਼ਨ ਪਤਾ ਲੱਗ ਗਈ। ਦੇਖੀਏ ਵੀ ਜੇਕਰ ਅਸੀਂ v = u + at ਫਾਰਮੂਲਾ ਲਾਉਣਾ ਹੋਵੇ ਤਾਂ ਇਹਦੇ ਵਿੱਚ ਕਿਵੇਂ ਇਹ ਚੀਜ਼ਾਂ ਫਿੱਟ ਬਹਿਣਗੀਆਂ। ਇਲੈਕਟ੍ਰੋਨ ਦੀ ਫਾਈਨਲ ਵੈਲੋਸਿਟੀ ਕੱਢੀ ਇੱਧਰਲੇ ਪਾਸੇ ਨੂੰ ਜਾਣ ਵਾਲੀ, ਸੋ v ਕਿੰਨੀ ਹੋਏਗੀ, ਐਕਚੁਅਲੀ ਇਹ v ਵੀ ਐਵਰੇਜ ਹੋਏਗੀ। ਆਪਾਂ ਹੁਣੇ ਗੱਲ ਕਰਦੇ ਹਾਂ, u ਸਾਡੇ ਕੋਲੇ 0 ਆ ਗਿਆ ਬਿਕੋਜ਼ ਸਾਡੇ ਕੋਲ ਇਨੀਸ਼ੀਅਲ ਵੈਲੋਸਿਟੀ 0 ਸੀ। ਐਕਸਲਰੇਸ਼ਨ ਸਾਡੇ ਕੋਲ ਹੈ ਜੀ -EE/m × t, ਇਹ ਸਾਡੇ ਕੋਲੇ ਫਾਰਮੂਲਾ ਬਣੇਗਾ। ਪਰ ਜਿਹੜੀ ਆ ਵੈਲੋਸਿਟੀ ਆ, ਆਪਾਂ ਜਿਹੜੀ ਇੱਥੇ ਗੱਲ ਕੀਤੀ ਕਿ ਹਰੇਕ ਕੋਲੀਜਨ ਤੋਂ ਬਾਅਦ ਵੈਲੋਸਿਟੀ ਜ਼ਿਆਦਾ ਵੀ ਹੋ ਸਕਦੀ ਆ, ਘੱਟ ਵੀ ਹੋ ਸਕਦੀ ਆ, ਕਿਉਂਕਿ ਇਲੈਕਟ੍ਰੋਨ ਜਾਂਦਾ ਟਕਰਾਉਂਦਾ, ਫਿਰ ਪਿੱਛੇ ਮੁੜਦਾ, ਫਿਰ ਅੱਗੇ ਨੂੰ ਜਾਣ ਦੀ ਕੋਸ਼ਿਸ਼ ਕਰਦਾ, ਟਕਰਾਉਂਦਾ, ਫਿਰ ਕਿਸੇ ਹੋਰ ਪਾਸੇ ਨੂੰ ਮੁੜਦਾ, ਫਿਰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ, ਟਕਰਾਉਂਦਾ। ਇਸੇ ਚੀਜ਼ ਨੂੰ ਅਸੀਂ ਡ੍ਰਿਫਟ ਕਹਿੰਦੇ ਆ। ਸੋ ਸਾਰੀਆਂ ਵੈਲੋਸਿਟੀਜ਼ ਵੱਧ ਘੱਟ ਹੋ ਸਕਦੀਆਂ, ਬਟ we will take the average velocity which will be called drift velocity। drift ਦਾ ਮਤਲਬ ਇਹੀ ਆ ਟਕਰਾ ਕੇ ਅੱਗੇ ਜਾਣਾ। ਇਹਦਾ ਮਤਲਬ ਇਹ ਹੋਇਆ ਇਲੈਕਟ੍ਰੋਨ ਨੂੰ ਵੀ ਮਿਹਨਤ ਕਰਨੀ ਪੈਂਦੀ ਆ ਪੋਜ਼ਿਟਿਵ ਟਰਮੀਨਲ ਦੇ ਵੱਲ ਜਾਣ ਲਈ, ਜਿਵੇਂ ਇਨਸਾਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਅੱਗੇ ਵਧਣ ਲਈ, ਉਸ ਤਰੀਕੇ ਨਾਲ ਇਲੈਕਟ੍ਰੋਨ ਨੂੰ ਵੀ ਦੇਖ ਲਓ ਕਿੰਨੀ ਟਕਰਾਵਾਂ ਦਾ ਸਾਹਮਣਾ ਕਰਨਾ ਪੈਂਦਾ। ਓਕੇ, so drift velocity will be the average velocity with which electron moves towards the positive charged plate। ਹੁਣ ਕਰੀਏ ਗੱਲ ਟਾਈਮ ਦੀ।
ਜਿਹੜਾ ਟਾਈਮ ਇਲੈਕਟ੍ਰੋਨ ਯੂਜ਼ ਕਰਦਾ ਅੱਗੇ ਵਧਣ ਲਈ ਉਹ ਹਰੇਕ ਕੋਲੀਜਨ ਤੋਂ ਬਾਅਦ ਡਿਫਰੈਂਟ ਆ, ਕਿਉਂਕਿ ਹੋ ਸਕਦਾ ਪਹਿਲਾ ਕੋਲੀਜਨ ਦੂਸਰੇ ਕੋਲੀਜਨ ਨਾਲੋਂ ਜਲਦੀ ਹੋ ਗਿਆ ਹੋਵੇ, ਹੋ ਸਕਦਾ ਪਹਿਲਾ ਕੋਲੀਜਨ ਦੂਜੇ ਨਾਲੋਂ ਦੇਰ ਨਾਲ ਹੋਇਆ ਹੋਵੇ। ਸੋ ਹਰੇਕ ਟਾਈਮ ਜਿਹਦੇ ਵਾਸਤੇ ਇਲੈਕਟ੍ਰੋਨ ਅੱਗੇ ਵੱਧਦਾ ਇਟ ਇਜ਼ ਡਿਫਰੈਂਟ। ਸੋ ਇਸ ਕਰਕੇ ਵੀ ਵਿਲ ਟੇਕ ਦੀ ਟਾਈਮ ਐਜ਼ ਏ ਐਵਰੇਜ ਟਾਈਮ, ਤੇ ਇਸ ਐਵਰੇਜ ਟਾਈਮ ਨੂੰ ਅਸੀਂ ਕਹਿ ਦਿੰਦੇ ਹਾਂ ਟਾਓ ਕਿਹਾ ਗਿਆ ਐਵਰੇਜ ਟਾਈਮ ਫਾਰ ਵਿਚ ਇਲੈਕਟ੍ਰੋਨ ਡ੍ਰਿਫਟਸ ਟੂਵਰਡਸ ਦੀ ਪੋਜ਼ਿਟਿਵ ਚਾਰਜ ਪਲੇਟ। ਇਹਨੂੰ ਅਸੀਂ ਕਹਿੰਦੇ ਹਾਂ ਬੁਕਿਸ਼ ਲੈਂਗੁਏਜ ਦੇ ਵਿੱਚ ਰਿਲੈਕਸੇਸ਼ਨ ਟਾਈਮ। ਰਿਲੈਕਸੇਸ਼ਨ ਟਾਈਮ ਕੀ ਹੈ? ਇਟ ਇਜ਼ ਦੀ ਐਵਰੇਜ ਟਾਈਮ ਫਾਰ ਵਿਚ ਇਲੈਕਟ੍ਰੋਨ ਐਕਚੁਅਲੀ ਡ੍ਰਿਫਟਸ ਔਰ ਇਲੈਕਟ੍ਰੋਨ ਐਕਚੁਅਲੀ accelerates towards the higher potential difference, or you may say with towards the positive end of the charged plate। so ਇਹਦਾ ਮਤਲਬ ਹੁਣ ਸਾਡੀ ਇਹ ਵਾਲੀ ਇਕੁਏਸ਼ਨ ਕਿਸ ਤਰੀਕੇ ਨਾਲ ਬਣ ਗਈ? VD equal to minus EE by M into tau here is the relaxation time, VD is the drift velocity of the electrons। ਸੋ ਇਹਨੂੰ ਮੈਂ ਕਹਿ ਦੂੰਗਾ this is my relation of drift velocity in terms of electric field। ਹੁਣ ਇੱਥੋਂ ਧਿਆਨ ਰੱਖੀਏ, ਇਲੈਕਟ੍ਰਿਕ ਫੀਲਡ ਸਾਡੇ ਕੋਲੇ ਵੈਕਟਰ ਕੁਆਂਟਿਟੀ ਆ। ਦੇਖੋ ਇਲੈਕਟ੍ਰਿਕ ਫੀਲਡ ਦੇ ਰਿਲੇਸ਼ਨ ਦੇ ਵਿੱਚ ਨੈਗੇਟਿਵ ਸਾਈਨ ਆਪਣੇ ਆਪ ਆਇਆ। ਕਿਉਂ ਆਇਆ? ਬਿਕੋਜ਼ ਇਲੈਕਟ੍ਰੋਨ ਜਿਹੜਾ ਮੂਵ ਕਰਦਾ ਉਹ ਇਲੈਕਟ੍ਰਿਕ ਫੀਲਡ ਦੇ ਉਲਟ ਮੂਵ ਕਰਦਾ। ਜੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੈ ਤਾਂ ਇਲੈਕਟ੍ਰੋਨ ਮੂਵ ਕਰ ਰਿਹਾ ਇੱਧਰਲੇ ਪਾਸੇ ਨੂੰ। ਸੋ VD ਇਜ਼ ਟੂਵਰਡਸ ਦੀ ਆਪੋਜ਼ਿਟ ਸਾਈਡ ਆਫ ਇਲੈਕਟ੍ਰਿਕ ਫੀਲਡ। ਹੁਣ ਅਸੀਂ ਇਹ ਦੇਖੀਏ ਵੀ ਜੇਕਰ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ ਅਸੀਂ ਕਰੰਟ ਦੀ ਰਿਲੇਟਿਵ ਕੱਢਣਾ ਹੋਵੇ, ਵਿਦ ਕਰੰਟ ਕੱਢਣਾ ਹੋਵੇ, ਤਾਂ ਉਹ ਅਸੀਂ ਕਿਵੇਂ ਕੱਢਾਂਗੇ? ਹੁਣ ਯਾਦ ਇਹ ਗੱਲ ਰੱਖਣੀ ਆ ਵੀ ਜੇਕਰ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ ਕਰੰਟ ਦੇ ਨਾਲ ਕੱਢਣਾ ਤਾਂ ਕਰੰਟ ਹੈ ਕੀ? ਕਰੰਟ ਹੈ ਚਾਰਜ ਫਲੋਇੰਗ ਪਰ ਯੂਨਿਟ ਟਾਈਮ। ਸੋ ਐਕਚੁਅਲੀ ਇਲੈਕਟ੍ਰੋਨ ਫਲੋ ਕਰ ਰਹੇ ਆ, ਚਾਰਜ ਫਲੋ ਕਰ ਰਿਹਾ, ਤੇ ਚਾਰਜ ਫਲੋ ਕਰ ਰਿਹਾ ਪਰ ਯੂਨਿਟ ਟਾਈਮ ਕੱਢਣਾ ਹੈ। ਤੇ ਟਾਈਮ ਸਾਨੂੰ ਪਤਾ ਵੀ ਐਵਰੇਜ ਟਾਈਮ ਲੱਗੂਗਾ, ਤੇ ਚਾਰਜ ਕੱਢੀਏ ਕਿੰਨਾ ਫਲੋ ਕਰਦਾ। ਸਪੋਜ਼ ਕਰ ਲਈਏ ਸਾਡੇ ਕੋਲ ਜਿੱਧਰ ਨੂੰ ਇਲੈਕਟ੍ਰੋਨ ਜਾਂਦੇ ਆ ਇੱਥੋਂ ਅੱਗੇ ਵੀ ਸਾਡਾ ਕੰਡਕਟਰ ਹੈ। ਆ ਇੱਕ ਇੰਨਾ ਏਰੀਆ ਕੰਸੀਡਰ ਕਰ ਲਿਆ, ਇੱਕ ਪੋਰਸ਼ਨ ਜਾਂ ਇੱਕ ਸੈਕਸ਼ਨ ਕੰਸੀਡਰ ਕਰ ਲਿਆ ਜਿਹਦਾ ਕ੍ਰੋਸ ਸੈਕਸ਼ਨਲ ਏਰੀਆ ਸਾਡਾ A ਹੈ। ਤੋਂ ਇਲੈਕਟ੍ਰੋਨ ਉੱਧਰ ਨੂੰ ਜਾ ਰਹੇ ਆ। ਹੁਣ ਦੇਖੀਏ ਵੀ ਇਸ ਏਰੀਏ ਨੂੰ, ਆਹ ਸਿਲੈਕਟਡ ਸੈਕਸ਼ਨ ਆਫ ਏਰੀਏ ਨੂੰ ਕਿੰਨਾ ਚਾਰਜ ਕ੍ਰੋਸ ਕਰਦਾ ਹੈ। ਸੋ ਸਪੋਜ਼ ਵੀ ਹੈਵ ਟੂ ਕੈਲਕੂਲੇਟ ਕੈਪੀਟਲ Q ਐਜ਼ ਦੀ ਚਾਰਜ ਤੋਂ ਅਸੀਂ ਕਰੰਟ ਕੱਢ ਲਾਂਗੇ ਜਿੰਨੇ ਟਾਈਮ ਦੇ ਵਿੱਚ ਚਾਰਜ ਫਲੋ ਕੀਤਾ, ਤਾਂ ਉਹਦੇ ਨਾਲ ਸਾਡਾ ਡ੍ਰਿਫਟ ਵੈਲੋਸਿਟੀ ਦਾ ਰਿਲੇਸ਼ਨ ਆ ਜਾਏਗਾ। ਹੁਣ ਜੇਕਰ ਅਸੀਂ ਮੰਨ ਲਈਏ ਵੀ ਇਸ ਸੈਂਪਲ ਦੇ ਵਿੱਚ ਆਹ ਜਿਹੜੀ ਤਾਰ ਆ ਸਾਡੇ ਕੋਲੇ, ਸੋ ਇਹਦੇ ਵਿੱਚ ਅਸੀਂ ਮੰਨ ਲਈਏ ਵੀ ਦੇਅਰ ਆਰ n ਨੰਬਰ ਆਫ ਚਾਰजेस, ਨੰਬਰ ਆਫ ਇਲੈਕਟ੍ਰੋਨਸ ਰਾਦਰ ਪਰ ਯੂਨਿਟ ਵੋਲੀਅਮ। small n is the number of electrons per unit volume। मतलब लंबाई तो ਇਹਦੀ ज़्यादा आ, वॉल्यूम भी ਇਹਦਾ ज़्यादा होएगा। वॉल्यूम मतलब किन्ना ਇਹਦਾ आयतन आ पंजाबी ਦੇ ਵਿੱਚ, किन्नी ਇਹ ਥਾਂ ਘੇਰਦਾ। सो एक यूनिट वॉल्यूम ਦੇ ਵਿੱਚ ਮੰਨ ਲਓ यूनिट वॉल्यूम ਸਾਡਾ ਇੰਨਾ ਕਾ, ਇੰਨੇ यूनिट वॉल्यूम ਦੇ ਵਿੱਚ नंबर ऑफ इलैक्ट्रॉन्स ने n, ਅਸੀਂ ਸਾਰੇ ਚ ਕੱਢਣੇ ਕਿੰਨੇ ਆਉਣਗੇ? तो देखिए सो 1 यूनिट वॉल्यूम contains electrons equal to small n। ਇਹ ਕੋਈ ਔਖਾ ਨਹੀਂ ਗਾ, ਸਿੰਪਲੀ ਮੈਂ ਇਕਾਈ ਵਾਲਾ ਮੈਥਡ ਲਾਉਣ ਲੱਗਿਆ, ਯੂਨਿਟਰੀ ਮੈਥਡ ਜਿਹੜਾ ਤੁਸੀਂ ਛੋਟੀਆਂ ਕਲਾਸਾਂ 'ਚ ਪੜ੍ਹਿਆ ਹੋਇਆ। ਜਿਵੇਂ ਤੁਸੀਂ ਕੁਐਸਚਨ ਹੁੰਦੇ ਸੀ ਤੁਹਾਨੂੰ ਵੀ ਇੱਕ ਐਪਲ 5 ਰੁਪਏ ਦਾ ਤਾਂ 10 ਐਪਲ ਕਿੰਨੇ ਦੇ ਹੋਣਗੇ, ਸੋ ਉਸੇ ਤਰੀਕੇ ਦੇ ਨਾਲ। ਸੋ ਇੱਕ ਯੂਨਿਟ ਵੋਲੀਅਮ ਦੇ ਵਿੱਚ ਇਲੈਕਟ੍ਰੋਨ ਨੇ n, ਟੋਟਲ ਵੋਲੀਅਮ ਕਿੰਨਾ ਜੀ ਸਾਡੇ ਕੋਲੇ? ਜੇਕਰ ਟੋਟਲ ਵੋਲੀਅਮ ਕੱਢਣਾ ਹੋਵੇ ਤਾਂ ਸਪੋਜ਼ ਕਰੀਏ ਏਰੀਆ ਤਾਂ ਸਾਨੂੰ ਪਤਾ, ਵੋਲੀਅਮ ਹੋਏਗਾ ਏਰੀਆ ਇਨਟੂ ਦਿਸ ਲੈਂਥ।
ਲੈਂਥ ਕੱਢਣ ਲਈ, ਲੈਂਥ ਕੀ ਆ ਸਾਡੀ? ਡਿਸਟੈਂਸ। ਡਿਸਟੈਂਸ ਕੱਢਣ ਲਈ ਅਸੀਂ ਫਾਰਮੂਲਾ ਲਾਵਾਂਗੇ S = UT। S ਸਾਡਾ ਡਿਸਟੈਂਸ ਆ, ਵੈਲੋਸਿਟੀ ਇਲੈਕਟ੍ਰੋਨ ਦੀ ਹੈਗੀ ਆ ਡ੍ਰਿਫਟ ਵੈਲੋਸਿਟੀ VD, ਤੇ ਟਾਈਮ ਮੰਨ ਲਈਏ ਸਾਡੇ ਕੋਲੇ ਡੈਲਟਾ T ਟਾਈਮ ਦੇ ਵਿੱਚ ਇਹ ਮੂਵ ਕਰਦਾ, ਤਾਂ ਡਿਸਟੈਂਸ ਦੀ ਵੈਲਿਊ ਕਿੰਨੀ ਆ ਗਈ? VD × ਡੈਲਟਾ T। ਸੋ ਡਿਸਟੈਂਸ ਇਨਟੂ ਏਰੀਆ ਬਣ ਗਿਆ ਸਾਡਾ ਵੋਲੀਅਮ। ਸੋ ਇਹਦਾ ਮਤਲਬ ਏਰੀਆ ਇਨਟੂ VD ਡੈਲਟਾ T ਵੋਲੀਅਮ ਕੰਟੇਨਸ ਇਲੈਕਟ੍ਰੋਨਸ। ਕਿੰਨੇ ਹੋ ਗਿਆ ਜੀ ਇਹ? ਇੱਕ ਦੇ ਵਿੱਚ n ਸੀਗੇ, ਇੰਨੇ ਵੋਲੀਅਮ 'ਚ ਕਿੰਨੇ ਹੋਣਗੇ? n ਟਾਈਮਸ AVD ਡੈਲਟਾ T। ਸੋ ਇਹ ਮੇਰੇ ਕੋਲੇ ਨੰਬਰ ਆਫ ਇਲੈਕਟ੍ਰੋਨਸ ਆ ਗਏ ਇੰਨੇ ਵੋਲੀਅਮ ਦੇ ਵਿੱਚ। ਅਸੀਂ ਕੱਢਣਾ ਕੀ ਆ? ਚਾਰਜ। ਜੇ ਇੰਨੇ ਇਲੈਕਟ੍ਰੋਨ ਆ ਗਏ ਤਾਂ ਇੰਨਿਆਂ ਤੇ ਚਾਰਜ ਕਿੰਨਾ ਹੋਏਗਾ? ਇੱਕ ਇਲੈਕਟ੍ਰੋਨ ਤੇ ਚਾਰਜ ਆ ਸਾਡਾ -E, ਤੇ ਇੰਨੇ ਇਲੈਕਟ੍ਰੋਨਾਂ ਤੇ ਚਾਰਜ ਕਿੰਨਾ ਆ ਗਿਆ? ਸੋ ਚਾਰਜ ਔਨ ਟੋਟਲ ਇਲੈਕਟ੍ਰੋਨਸ -E NaVD ਡੈਲਟਾ T। ਸੋ ਇੰਨਾ ਚਾਰਜ ਮੇਰੇ ਕੋਲੇ ਆ ਗਿਆ ਇੰਨੇ ਵੋਲੀਅਮ ਦੇ ਵਿੱਚ, ਜਿੰਨਾ ਵੋਲੀਅਮ ਮੈਨੂੰ ਚਾਹੀਦਾ ਡੈਲਟਾ T ਟਾਈਮ 'ਚ। ਸੋ ਜੇਕਰ ਮੈਨੂੰ ਜ਼ਿਆਦਾ, ਜੇਕਰ ਇਲੈਕਟ੍ਰੋਨ ਡੈਲਟਾ T ਟਾਈਮ 'ਚ ਇੱਥੋਂ ਲੈ ਕੇ ਇੱਥੇ ਚਲਾ ਗਿਆ ਤਾਂ ਮੇਰੇ ਕੋਲ ਇੰਨੇ ਦਾ ਆ ਜਾਏਗਾ। ਸੋ ਡਿਪੈਂਡ ਕਰਦਾ ਵੀ ਕਿੰਨੇ ਟਾਈਮ ਦੇ ਵਿੱਚ ਅਸੀਂ ਉਹ ਵੋਲੀਅਮ ਕੱਢ ਰਹੇ ਹਾਂ ਜਿਹਦੇ ਵਿੱਚ ਇਲੈਕਟ੍ਰੋਨ ਅੱਗੇ ਜਾ ਰਿਹਾ। ਸੋ ਦਿਸ ਇਜ਼ ਦੀ ਚਾਰਜ। ਹੁਣ ਇਲੈਕਟ੍ਰੋਨ ਜਾ ਰਹੇ ਨੇ ਰਾਈਟ ਸਾਈਡ ਨੂੰ, ਪਰ ਇਲੈਕਟ੍ਰਿਕ ਫੀਲਡ ਆ ਸਾਡਾ ਲੈਫਟ ਸਾਈਡ ਨੂੰ, ਤੇ ਇਨ ਦੀ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਚਾਰਜ ਕਿੰਨਾ ਗਿਆ? ਸੋ ਚਾਰਜ ਇਨ ਦੀ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਇਦੋਂ ਉਲਟ ਡਾਇਰੈਕਸ਼ਨ ਹੋ ਜਾਏਗੀ। ਸੋ ਇਟ ਵਿਲ ਬੀ ENaVD ਡੈਲਟਾ T। ਇਹ ਆ ਗਿਆ ਮੇਰੇ ਕੋਲੇ ਚਾਰਜ। ਕਰੰਟ ਕਿਹਦੇ ਬਰਾਬਰ ਹੁੰਦਾ? Q ਕੀ ਹੁੰਦਾ? I × ਡੈਲਟਾ T। Q = I × T। ਸੋ ENaVD ਡੈਲਟਾ T। ਆ ਡੈਲਟਾ T ਮੇਰਾ ਕੈਂਸਲ ਹੋ ਗਿਆ। I = N ਮੂਹਰੇ ਲਿਖਣ ਲੱਗਿਆ EAVD। ਸੋ ਦਿਸ ਇਜ਼ ਮਾਈ ਰਿਲੇਸ਼ਨ ਫਾਰ ਡ੍ਰਿਫਟ ਵੈਲੋਸਿਟੀ ਇਨ ਟਰਮਸ ਆਫ ਕਰੰਟ। ਇਹਨੂੰ ਇਦਾਂ ਵੀ ਲਿਖਿਆ ਜਾ ਸਕਦਾ, ਡ੍ਰਿਫਟ ਵੈਲੋਸਿਟੀ = I/NEA। ਸੋ ਇਹ ਸਾਡਾ ਤਰੀਕਾ ਹੈ ਸੈਕੰਡ ਰਿਲੇਸ਼ਨ। ਪਹਿਲਾ ਰਿਲੇਸ਼ਨ ਕੱਢਿਆ ਸੀ ਆਪਾਂ ਡ੍ਰਿਫਟ ਵੈਲੋਸਿਟੀ ਦਾ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ। ਦੂਸਰਾ ਰਿਲੇਸ਼ਨ ਬਣਾ ਲਿਆ ਡ੍ਰਿਫਟ ਵੈਲੋਸਿਟੀ ਇਨ ਟਰਮਸ ਆਫ ਇਲੈਕਟ੍ਰਿਕ ਕਰੰਟ। ਸੋ ਆਓ ਹੁਣ ਦੇਖੀਏ ਇਹ ਤੋਂ ਅਸੀਂ ਓਮਸ ਲਾ ਕਿਵੇਂ ਡਰਾਈਵ ਕਰਨਾ ਹੈ। ਲਓ ਜੀ, ਆਹ ਮੇਰੇ ਕੋਲ ਰਿਲੇਸ਼ਨ ਹੈ I = NeaVD। ਇਹਦੇ ਵਿੱਚ ਮੈਂ ਡ੍ਰਿਫਟ ਵੈਲੋਸਿਟੀ ਦਾ ਜੋ ਇਲੈਕਟ੍ਰਿਕ ਫੀਲਡ ਵਾਲਾ ਰਿਲੇਸ਼ਨ ਆ ਉਹ ਇੱਥੇ ਪੁੱਟ ਕਰਨ ਲੱਗਿਆ। ਸੋ ਜੇਕਰ ਉਹ 2 ਸੀ ਤਾਂ ਇਹਨੂੰ ਮੈਂ ਨੰਬਰ 3 ਕਹਿ ਦਿੰਦਾ। ਲੈਟ ਇਟ ਦਿਸ ਬੀ ਇਕੁਏਸ਼ਨ ਨੰਬਰ 4। ਸੋ ਡ੍ਰਿਫਟ ਵੈਲੋਸਿਟੀ ਦਾ ਫਾਰਮੂਲਾ ਇੱਥੇ ਪੁੱਟ ਕਰਨ ਲੱਗਿਆ ਜੀ। ਸੋ ਵਾਟ I will get? I = NeaVD ਦੀ ਵੈਲਿਊ ਲਿਖਣ ਲੱਗਿਆ E ਇੱਥੇ ਮੈਂ ਮੈਗਨੀਚਿਊਡ ਲੈ ਰਿਹਾ E ਦਾ। ਸੋ ਇਸ ਕਰਕੇ ਮੈਂ ਪੋਜ਼ਿਟਿਵ ਸਾਈਨ ਆ ਜਿਹੜਾ ਉਹ ਕਰ ਲਾਂਗਾ ਨੈਗੇਟਿਵ ਤੋਂ। ਕੀ ਆ ਗਿਆ ਜੀ? NE² A ਇਲੈਕਟ੍ਰਿਕ ਫੀਲਡ ਅਪੋਨ ਮਾਸ ਇਨਟੂ ਰਿਲੈਕਸੇਸ਼ਨ ਟਾਈਮ। A ਨੂੰ ਮੈਂ ਲੈ ਚੱਲਿਆ ਲੈਫਟ ਸਾਈਡ ਤੇ, A ਨੂੰ ਲੈਫਟ ਸਾਈਡ ਤੇ ਲੈ ਗਿਆ ਤਾਂ ਇਹ ਮੇਰੇ ਕੋਲ ਆ ਗਿਆ I/A = NE² ਅਪੋਨ M × τ। I/A ਕੀ ਬਣ ਗਿਆ? ਕਰੰਟ ਪਰ ਯੂਨਿਟ ਏਰੀਆ। ਕਰੰਟ ਪਰ ਯੂਨਿਟ ਏਰੀਆ ਬਣ ਗਿਆ ਮੇਰਾ ਵੈਕਟਰ J। ਕਰੰਟ ਡੈਂਸਿਟੀ ਜਿਹੜਾ ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀ। ਸੋ ਕਰੰਟ ਡੈਂਸਿਟੀ ਆ ਗਈ NE² ਅਪੋਨ M × τ। ਇਸ ਚੀਜ਼ ਨੂੰ ਜੇ ਤੁਸੀਂ ਧਿਆਨ ਨਾਲ ਦੇਖੋ, J = ਮੈਂ ਇਹਨੂੰ ਰੀਅਰੇਂਜ ਕਰਨ ਲੱਗਿਆ NE² τ ਅਪੋਨ M × A। ਇਹਨੂੰ ਕੰਪੇਅਰ ਕਰੋ। ਓਮਸ ਲਾ ਦੇ ਆਪਾਂ 2 ਫਾਰਮੂਲੇ ਕੀਤੇ ਸੀ ਕੱਲ। ਫਸਟ ਵਨ ਇਜ਼ V = IR, ਸੈਕੰਡ ਵਨ ਇਜ਼ J = σ × E, ਕਰੰਟ ਡੈਂਸਿਟੀ ਐਂਡ ਇਲੈਕਟ੍ਰਿਕ ਫੀਲਡ ਦੇ ਨਾਲ। ਸੋ ਜੇਕਰ ਇਹਨੂੰ ਇਹਦੇ ਨਾਲ ਕੰਪੇਅਰ ਕਰੋ J = σ × E ਦੇ ਨਾਲ, ਦਿਸ ਇਜ਼ ਓਮਸ ਲਾ। ਸੋ J = σ E ਅਸੀਂ ਓਮਸ ਲਾ ਦਾ ਫਾਰਮੂਲਾ ਕੀਤਾ ਸੀ ਸੈਕੰਡ। ਸੋ ਜਿੱਥੋਂ ਅਸੀਂ
ਇਹਦੇ ਨਾਲ ਕੰਪੇਅਰ ਕਰ ਸਕਦੇ ਆ ਤਾਂ ਮੇਰੇ ਕੋਲ ਇੱਥੇ ਸਿਗਮਾ ਕਿਹਦੇ ਬਰਾਬਰ ਆ ਗਿਆ NE² ਟਾਓ ਅਪੋਨ m। ਸੋ ਇੱਥੋਂ ਮੇਰੇ ਕੋਲੇ ਆਹ ਵਾਲਾ ਰਿਲੇਸ਼ਨ ਆ ਜੋ ਦਿਸ ਸਿਗਨੀਫਾਈਜ਼ ਓਮਸ ਲਾ। ਸੋ ਇਸ ਤਰ੍ਹਾਂ ਮੈਂ ਜਸਟ VD ਦੀ ਵੈਲਿਊ ਇਲੈਕਟ੍ਰਿਕ ਫੀਲਡ ਦੀ ਟਰਮਸ ਦੇ ਵਿੱਚ ਪੁੱਟ ਕੀਤੀ, ਕਰੰਟ ਵਾਲੀ ਟਰਮਸ ਵਾਲੀ ਵੈਲਿਊ ਦੇ ਵਿੱਚ ਇੱਥੇ, ਉੱਥੋਂ ਮੈਂ A ਨੂੰ ਇੱਧਰਲੇ ਪਾਸੇ ਲੈ ਗਿਆ, ਇਹ ਮੇਰੇ ਕੋਲੇ ਕਰੰਟ ਡੈਂਸਿਟੀ ਬਣ ਗਈ। ਸਿਰਫ ਇਹਨਾਂ ਨੂੰ ਰੀਅਰੇਂਜ ਕੀਤਾ ਤਾਂ ਮੇਰੇ ਕੋਲੇ J = ਸਿਗਮਾ × E ਆ ਗਈ। ਕੰਡਕਟਿਵਿਟੀ = NE² ਟਾਓ ਅਪੋਨ m। ਕੀ ਸਿੱਧ ਹੋ ਗਿਆ ਇੱਥੋਂ? ਇੱਥੋਂ ਇਹ ਸਿੱਧ ਹੋ ਗਿਆ ਵੀ ਇਹਨੂੰ ਕੰਡਕਟਿਵਿਟੀ ਕਿਤੇ ਡਿਪੈਂਡ ਕਰਦੀ ਆ। ਕੰਡਕਟਿਵਿਟੀ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰਿਲੈਕਸੇਸ਼ਨ ਟਾਈਮ। ਜਿੰਨਾ ਰਿਲੈਕਸੇਸ਼ਨ ਟਾਈਮ ਜ਼ਿਆਦਾ ਹੋਏਗਾ, ਐਵਰੇਜ ਟਾਈਮ ਬਿਟਵੀਨ ਸਕਸੈਸਿਵ ਕੋਲੀਜਨਸ ਫਾਰ ਵਿਚ ਇਲੈਕਟ੍ਰੋਨ ਐਕਚੁਅਲੀ ਐਕਸਲਰੇਟਸ, ਉਨੀ ਕੰਡਕਟਿਵਿਟੀ ਆਫ ਦੀ ਕੰਡਕਟਰ ਜ਼ਿਆਦਾ ਹੋਏਗੀ। ਜਿੰਨੇ ਇਲੈਕਟ੍ਰੋਨ ਜ਼ਿਆਦਾ ਹੋਣਗੇ ਉਨੀ ਹੀ ਕੰਡਕਟਿਵਿਟੀ ਜ਼ਿਆਦਾ ਹੋਏਗੀ। ਮਤਲਬ ਜਿੰਨੇ ਚਾਰਜ ਕੈਰੀਅਰ ਜ਼ਿਆਦਾ ਹੋਣਗੇ, ਭਾਵ ਜਿਹੜਾ ਮਟੀਰੀਅਲ ਜ਼ਿਆਦਾ ਫ੍ਰੀ ਇਲੈਕਟ੍ਰੋਨਸ ਵਾਲਾ ਹੋਏਗਾ ਉਹਦੇ ਵਿੱਚ ਕੰਡਕਟਿਵਿਟੀ ਵੀ ਜ਼ਿਆਦਾ ਹੋਏਗੀ। ਜਿਵੇਂ ਅਸੀਂ ਸਿਲਵਰ ਦਾ ਕੇਸ ਲੈ ਲਈਏ ਤਾਂ N ਕੀ ਆ ਸਾਡੇ ਕੋਲ? ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ। ਮਾਸ ਆਫ ਦੀ ਇਲੈਕਟ੍ਰੋਨ ਇਹ ਤਾਂ ਸਾਰਿਆਂ ਵਾਸਤੇ ਕੌਨਸਟੈਂਟ ਰਹੇਗਾ। ਸੋ ਇੱਥੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕੰਡਕਟਿਵਿਟੀ ਐਂਡ ਰੈਜਿਸਟਿਵਿਟੀ ਜੋ ਕਿ ਇਹਦਾ ਰੈਸੀਪ੍ਰੋਕਲ ਆ, ਇਹ ਦੋਨੇ ਚੀਜ਼ਾਂ ਡਿਪੈਂਡ ਕਾਹਤੇ ਕਰਨਗੀਆਂ? ਹੁਣ ਨੇਚਰ ਆਫ ਦੀ ਮਟੀਰੀਅਲ ਵਿਚ ਇਜ਼ N, ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ। ਰਿਲੈਕਸੇਸ਼ਨ ਟਾਈਮ ਮੀਨਸ ਹੁਣ ਕਾਹਤੇ ਡਿਪੈਂਡ ਕਰਦਾ ਰਿਲੈਕਸੇਸ਼ਨ ਟਾਈਮ? ਰਿਲੈਕਸੇਸ਼ਨ ਟਾਈਮ ਡਿਪੈਂਡ ਕਰਦਾ ਕੋਲੀਜਨਸ ਦੇ ਉੱਤੇ। ਜੇਕਰ ਕੋਲੀਜਨਸ ਜ਼ਿਆਦਾ ਹੋਣਗੇ ਤਾਂ ਰਿਲੈਕਸੇਸ਼ਨ ਟਾਈਮ ਘੱਟ ਹੋਏਗਾ। ਇਹਦਾ ਮਤਲਬ ਜੇ ਕੋਲੀਜਨ ਜ਼ਿਆਦਾ ਕਾਹਦੇ ਨਾਲ ਹੋਣਗੇ? ਮੈਟਲਸ ਦੇ ਵਿੱਚ ਜੇਕਰ ਟੈਂਪਰੇਚਰ ਵਧਾ ਦਿੱਤਾ ਜਾਵੇ, ਪ੍ਰੈਸ਼ਰ ਵਧਾ ਦਿੱਤਾ ਜਾਵੇ ਤਾਂ ਕੋਲੀਜਨਸ ਦੀ ਸੰਖਿਆ ਜ਼ਿਆਦਾ ਵੱਧ ਜਾਣੀ ਹੈ। ਸੋ ਇਸ ਕਰਕੇ ਰਿਲੈਕਸੇਸ਼ਨ ਟਾਈਮ ਡਿਪੈਂਡਸ ਅਪੋਨ ਟੈਂਪਰੇਚਰ ਐਂਡ ਪ੍ਰੈਸ਼ਰ, ਐਂਡ ਇਨ ਟਰਨ our conductivity and resistivity also depends upon temperature and pressure with nature of the material also। ਸੋ ਤਿੰਨ ਚੀਜ਼ਾਂ 'ਤੇ ਡਿਪੈਂਡ ਕਰ ਗਈ, ਮਟੀਰੀਅਲ ਦੀ ਨੇਚਰ, ਟੈਂਪਰੇਚਰ ਐਂਡ ਪ੍ਰੈਸ਼ਰ। ਸੋ ਇਸ ਤਰੀਕੇ ਦੇ ਨਾਲ ਆਪਾਂ ਇਹ ਸਾਰਾ ਜੋ ਅੱਜ ਕੀਤਾ, ਇਹਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਹੋ ਸਕਦਾ ਤੇ ਇੱਕ ਨੂਮੈਰੀਕਲ ਪੱਕਾ ਆ ਸਕਦੇ ਆ, ਕਿਉਂਕਿ ਡ੍ਰਿਫਟ ਵੈਲੋਸਿਟੀ ਵਾਲਾ ਰਿਲੇਸ਼ਨ ਹੈ ਜੋ ਇਨ ਟਰਮਸ ਆਫ ਇਲੈਕਟ੍ਰਿਕ ਫੀਲਡ ਐਂਡ ਇਨ ਟਰਮਸ ਆਫ ਕਰੰਟ ਤਾਂ ਆਮ ਆਉਂਦਾ ਹੀ ਆ। ਕਦੇ ਕਦੇ ਇਹ ਵੀ ਆ ਜਾਂਦਾ ਵੀ ਇਹਨੂੰ ਇੱਥੋਂ ਡਰਾਈਵ ਕਰੋ ਓਮਸ ਲਾ। ਸੋ ਵਿਚ ਇਜ਼ ਦਿਸ ਫਾਰਮ J = ਸਿਗਮਾ E। ਅਸੀਂ ਹਮੇਸ਼ਾ ਯਾਦ ਰੱਖਦੇ ਹਾਂ V = IR, ਪਰ ਲੋੜ ਇਹ ਵੀ ਆ ਨਾਲ J = ਸਿਗਮਾ E ਯਾਦ ਰੱਖਣ ਦੀ। ਕਰੰਟ ਡੈਂਸਿਟੀ, ਕੰਡਕਟਿਵਿਟੀ ਐਂਡ ਇਲੈਕਟ੍ਰਿਕ ਫੀਲਡ, ਇਹਦੀ ਫਾਰਮ ਦੇ ਵਿੱਚ ਵੀ ਓਮਸ ਲਾ ਤੁਹਾਨੂੰ ਹਮੇਸ਼ਾ ਯਾਦ ਹੋਣਾ ਚਾਹੀਦਾ। ਸੋ ਮੈਨੂੰ ਉਮੀਦ ਆ ਵੀ ਇਹ ਵਾਲਾ ਤੁਹਾਨੂੰ ਆਰਟੀਕਲ ਪੇਪਰ 'ਚ ਵੀ ਆਏਗਾ ਅਤੇ ਤੁਸੀਂ ਅੱਛੇ ਤਰੀਕੇ ਨਾਲ ਸਮਝ ਵੀ ਲਿਆ ਹੋਏਗਾ। ਥੈਂਕ ਯੂ ਵੈਰੀ ਮੱਚ ਫਾਰ ਅਟੈਂਡਿੰਗ ਦੀ ਲੈਕਚਰ। ਹੈਵ ਅ ਨਾਈਸ ਡੇ।